ਖੁਦਾਵੰਦ ਯਿਸੂ ਮਸੀਹ ਨਾਸਰੀ ਦੇ ਸੋਹਣੇ ਪਿਆਰੇ ਪਵਿੱਤਰ ਪਕੀਜ਼ਾ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰਾ ਸਲਾਮ। ਮੇਰਾ ਨਾਮ ਪਾਸਟਰ ਡਾਕਟਰ ਤਹਿਸੀਨ ਗੁਲ ਖਾਨ ਹੈ ਅਤੇ ਅੱਜ ਫਿਰ ਕਾਫੀ ਅਰਸੇ ਬਾਅਦ ਪੰਜਾਬੀ ਦੇ ਇੱਕ ਵੀਲੌਗ ਦੇ ਨਾਲ ਤੁਹਾਡੇ ਕੋਲ ਆਏ ਹਾਂ। ਪੰਜਾਬੀ 'ਚ ਵੀ ਅਸੀਂ ਤੁਹਾਨੂੰ ਪਤਾ ਬਾਈਬਲ ਸਟੱਡੀ ਕਰਨੇ ਹਾਂ ਅਤੇ ਤੁਹਾਨੂੰ ਬਹੁਤ ਪਸੰਦ ਆਉਂਦੀ ਹੈ। ਅਤੇ ਬਲਕਿ ਜਦੋਂ ਪਸੰਦ ਆਉਂਦੀ ਤਾਂ ਤੁਸੀਂ ਆਪਣੇ ਕਮੈਂਟਸ ਦੇ ਜ਼ਰੀਏ ਅਤੇ ਆਪਣੀ ਲਾਈਕ ਦੇ ਜ਼ਰੀਏ ਅਤੇ ਸ਼ੇਅਰਿੰਗ ਕਰਕੇ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਇਹ ਕਲਾਮ ਜਿਹੜਾ ਲੋਕਾਂ ਤੱਕ ਹੋਰ ਪਹੁੰਚੇ, ਲੋਕੀ ਬਰਕਤ ਪਾਉਣ ਅਤੇ ਅਸੀਂ ਸਾਰੇ ਰਲ ਕੇ ਖੁਦਾ ਦਾ ਕੰਮ ਕਰੀਏ। ਅੱਜ ਇੱਕ ਤੁਹਾਨੂੰ ਸਟੋਰੀ ਮੈਂ ਦੱਸਣਾ ਚਾਹੁੰਦਾ ਜਿਹੜੀ ਪਹਿਲੇ ਸੈਮੂਅਲ ਦੀ ਬੁੱਕ 'ਚੋਂ ਹੈ। ਸੈਮੂਅਲ ਨਬੀ ਦੀ ਪਹਿਲੀ ਕਿਤਾਬ, ਉਹਦਾ 13ਵਾਂ ਚੈਪਟਰ ਹੈ ਅਤੇ ਉਹਦੀ 19ਵੀਂ ਆਇਤ ਲਿਖਿਆ ਹੈ ਕਿ ਇਸਰਾਈਲ ਦੇ ਸਾਰੇ ਮੁਲਕ ਦੇ ਵਿੱਚ ਕਿਤੇ ਕੋਈ ਲੁਹਾਰ ਨਹੀਂ ਸੀ ਮਿਲਦਾ, ਕਿਉਂਕਿ ਫਿਲਿਸਤੀਆਂ ਨੇ ਕਿਹਾ ਸੀ ਕਿ ਇਬਰਾਨੀ ਲੋਕ ਆਪਣੇ ਲਈ ਤਲਵਾਰਾਂ ਅਤੇ ਭਾਲੇ ਨਾ ਬਣਾ ਲੈਣ। ਸੋ ਸਾਰੇ ਇਸਰਾਈਲੀ ਕੀ ਕਰਦੇ ਸਨ ਕਿ ਆਪਣੇ ਜਿਹੜੀ ਨੇਜ਼ੇ ਅਤੇ ਭਾਲੇ ਅਤੇ ਕੁਲਹਾੜੀਆਂ ਅਤੇ ਕਦਾਲਾਂ ਜਾਂ ਹਥਿਆਰ ਜਿੰਨੇ ਵੀ ਸਨ ਉਹ ਤੇਜ਼ ਕਰਾਉਣ ਲਈ ਫਿਲਿਸਤੀਆਂ ਦੇ ਕੋਲ ਜਾਂਦੇ ਸਨ। ਅਤੇ ਲਿਖਿਆ ਹੈ ਕਿ ਕੁਦਾਲੇ ਅਤੇ ਫਾਲੀਆਂ ਔਰ ਕਾਂਟੋਂ ਔਰ ਕੁल्हाड़ों के लिए ਔਰ ਆਪਣੀ ਪੈਨੀਆਂ ਜਿਹੜੀਆਂ ਦੁਸਤ ਉਹਨੂੰ ਠੀਕ ਕਰਾਉਣ ਲਈ ਉਹ ਰੇਤੀ 'ਤੇ ਰੱਖਦੇ ਸਨ ਥੋੜ੍ਹੀ ਜਿਹੀ, ਲੇਕਿਨ ਕੀ ਹੁੰਦਾ ਸੀ ਕਿ ਉਹ ਚੀਜ਼ਾਂ ਬਣਾ ਨਹੀਂ ਸਨ ਸਕਦੇ, ਉਹ ਹਥਿਆਰ ਨਹੀਂ ਸਨ ਬਣਾ ਸਕਦੇ। ਅਤੇ ਜਦੋਂ ਲੜਾਈ ਲਿਖਿਆ ਕਿ ਲੜਾਈ ਦੇ ਦਿਨ ਸਾਊਲ ਅਤੇ ਯੂਨਤਨ ਦੇ ਨਾਲ ਜਦੋਂ ਲੋਕੀ ਨਿਕਲੇ ਅਤੇ ਕਿਸੇ ਦੇ ਹੱਥ 'ਚ ਕੋਈ ਤਲਵਾਰ ਨਹੀਂ ਸੀ ਅਤੇ ਨਾ ਕੋਈ ਭਾਲਾ ਸੀ। ਅਤੇ ਸਾਊਲ ਤਾਂ ਉਹਦੇ ਬੇਟੇ ਪੁੱਤ ਸੀ, ਲੇਕਿਨ ਕੀ ਸੀ ਕਿ ਉੱਥੇ ਜਦੋਂ ਜੰਗ ਦਾ ਵਕਤ ਆਇਆ ਅਤੇ ਉਹਨਾਂ ਕੋਲ ਹਥਿਆਰ ਹੀ ਨਹੀਂ ਸਨਗੇ। ਮੇਰੇ ਜਦੋਂ ਇਹ ਇੱਕ ਸਟੋਰੀ ਅਤੇ ਫਿਜ਼ੀਕਲ ਲੈਵਲ 'ਤੇ ਹੈ, ਲੇਕਿਨ ਇਹਦਾ ਇੱਕ ਰੂਹਾਨੀ ਪਹਿਲੂ ਵੀ ਹੈਗਾ। ਤੁਸੀਂ ਦੇਖੋ ਕਿ ਅਗਰ ਅਸੀਂ ਆਪਣੇ ਆਪ ਨੂੰ ਰੱਖੀਏ ਇਸਰਾਈਲ ਦੇ ਉਹਦੇ ਕਹਿ ਲਓ ਕਿ ਉਹਦੀ ਪਲੇਸ ਦੇ ਵਿੱਚ, ਉਹਦੀ ਜਗ੍ਹਾ 'ਤੇ, ਅਤੇ ਜਦੋਂ ਅਸੀਂ ਰੂਹਾਨੀ ਜੰਗ ਕਰਨੇ ਆ ਨਾ, ਰੂਹਾਨੀ ਜੰਗ ਦੀ ਗੱਲ ਕਰਨੇ ਆ, ਅਤੇ ਇਫਸੀਆਂ ਦੇ ਖੱਤ ਦੇ ਵਿੱਚ ਨਾ ਪੌਲੁਸ ਰਸੂਲ ਨੇ ਬੜੇ ਹੀ ਜ਼ਬਰਦਸਤ ਤਰੀਕੇ ਨਾਲ ਉਹਨੇ ਕਿਹਾ ਕਿ ਖੁਦਾਵੰਦ ਦੇ ਵਿੱਚ ਉਹਦੀ ਕੁਦਰਤ ਦੇ ਜ਼ੋਰ ਦੇ ਵਿੱਚ ਮਜ਼ਬੂਤ ਬਣ ਜਾਓ ਅਤੇ ਸਾਰੇ ਹਥਿਆਰ ਬੰਨ੍ਹ ਲਓ ਤਾਂ ਕਿ ਤੁਸੀਂ ਇਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਦੇ ਵਿੱਚ ਕਾਇਮ ਰਹਿ ਸਕੋ। ਕਿਉਂਕਿ ਸਾਡੀ ਕੁਸ਼ਤੀ ਗੋਸ਼ਤ ਖੂਨ ਦੇ ਨਾਲ ਨਹੀਂ ਹੈ, ਬਲਕਿ ਹਕੂਮਤ ਵਾਲਿਆਂ ਨਾਲ, ਇਖਤਿਆਰ ਵਾਲਿਆਂ ਨਾਲ ਅਤੇ ਦੁਨੀਆ ਦੀ ਤਰੀਕੀ ਦੇ ਹਾਕਮਾਂ ਅਤੇ ਸ਼ਰਾਰਤ ਦੀ ਉਹਨਾਂ ਫੌਜਾਂ ਦੇ ਨਾਲ ਹੈ ਜਿਹੜੀ ਅਸਮਾਨੀ ਮੁਕਾਮਾਂ 'ਚ ਰਹਿੰਦੀਆਂ ਨੇ। ਹੁਣ ਚੱਕਰ ਕੀ ਹੈ ਕਿ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਹਥਿਆਰ ਨਾ ਬਣਾ ਸਕੀਏ। ਰੇਤੀਆਂ ਉਹਨਾਂ ਨੇ ਰੱਖੀਆਂ ਸਨ ਥੋੜ੍ਹੀਆਂ ਜਿਹੀਆਂ, ਜਿਹਦੇ ਨਾਲ ਕੀ ਕਰਦੇ ਸਨ ਕਿ ਉਹ ਤੇਜ਼ ਤੂਜ਼ ਕਰ ਲੈਂਦੇ ਸਨ ਜਿਹੜੀ ਉਹਨਾਂ ਕੋਲ ਚੀਜ਼ਾਂ, ਲੇਕਿਨ ਜਿਹੜੇ ਹਥਿਆਰ ਬਣਾਉਣ ਦੀ ਕੈਪੇਬਿਲਿਟੀ ਸੀ, ਜਿਹੜਾ ਸਕਿੱਲ ਸੀ ਉਹਨਾਂ ਕੋਲ ਨਹੀਂ ਸੀਗਾ। ਉਹ ਅਗਰ ਚਾਹੁੰਦੇ ਵੀ ਤਾਂ ਉਹ ਜੰਗ ਦੇ ਵਿੱਚ ਨਹੀਂ ਸਨ ਜਿੱਤ ਸਕਦੇ। ਸ਼ੈਤਾਨ ਇਬਲੀਸ ਇਹੀ ਚਾਹੁੰਦਾ ਕਿ ਸਾਨੂੰ ਪਹਿਲੀ ਗੱਲ ਹੈ ਕਿ ਹਥਿਆਰ ਬਣਾਉਣ ਦਾ ਜਾਚ ਹੀ ਨਹੀਂ ਹੈਗਾ ਸਾਨੂੰ, ਯਾਨੀ ਕਿ ਉਹਦਾ ਵੱਲ ਹੀ ਨਹੀਂ ਹੈਗਾ, ਸਾਨੂੰ ਪਤਾ ਹੀ ਨਹੀਂ ਹੈਗੀ, ਜਾਂਚ ਹੀ ਨਹੀਂ ਹੈਗੀ ਕਿ ਅਸੀਂ ਬਣਾਉਣਾ ਕਿੰਝ ਹੈ, ਅਸੀਂ ਹਥਿਆਰ ਬਣਾਉਣੇ ਕਿੰਝ ਹੈ। ਸਾਨੂੰ ਉਸ ਚੀਜ਼ ਤੋਂ ਦੂਰ ਰੱਖਦਾ, ਠੀਕ ਹੈ ਨਾ ਅਸੀਂ ਇੱਕ ਤਲਵਾਰਾਂ ਬਣਾ ਸਕਦੇ ਹਾਂ। ਮੈਂ ਇੱਕ ਦੁਨੀਆ ਦੀ ਤਲਵਾਰਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਰੂਹਾਨੀ ਜੰਗ ਦੇ ਵਿੱਚ, ਕਿਉਂਕਿ ਸਾਨੂੰ ਲਿਖਿਆ ਨਾ ਕਿ ਜਿਹੜੇ ਹਥਿਆਰ ਹੈਗੇ ਨੇ ਕਿ ਸੱਚਾਈ ਦੇ ਨਾਲ ਆਪਣੀ ਕਮਰਾਂ ਕੱਸਣੀਆਂ ਨੇ ਅਤੇ ਰਾਸਤਬਾਜ਼ੀ ਦਾ ਬਖਤਰ ਲਾਉਣਾ ਜਿਹੜਾ ਸੀਨੇ 'ਤੇ ਹੁੰਦਾ, ਅਤੇ ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀਆਂ ਪਾ ਕੇ ਅਤੇ ਈਮਾਨ ਦੀ ਢਾਲ ਲੈਣੀ ਹੈ, ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਲਿਖਿਆ ਕਿ ਰੂਹ ਦੀ ਤਲਵਾਰ ਜਿਹੜੀ ਖੁਦਾ ਦਾ ਕਲਾਮ ਹੈ ਅਤੇ ਨਜਾਤ ਦਾ ਖੂਤ ਯਾਨੀ ਹੈਲਮਟ ਜਿਹੜਾ ਨਾ ਉਹ ਸਾਡੀ ਨਜਾਤ ਦਾ ਹੋਵੇ, ਅਤੇ ਦੁਆ ਅਤੇ ਮਿੰਨਤ ਕਰਦੇ ਰਹੀਏ ਅਤੇ ਹਰ ਵਕਤ ਕਲਾਮ ਦੇ ਵਿੱਚ ਦੁਆ ਦੇ ਵਿੱਚ ਪੈ ਕੇ ਉਹ ਕਰਕੇ ਅਤੇ ਅਸੀਂ ਇਬਲੀਸ ਦੇ ਖਿਲਾਫ ਖੜ੍ਹੇ। ਲੇਕਿਨ ਉਹ ਚਾਹੁੰਦੇ ਹੀ ਨਹੀਂ ਸਨ, ਦੁਸ਼ਮਣ ਜਿਹੜੇ ਸਨ ਉਹ ਚਾਹੁੰਦੇ ਹੀ ਨਹੀਂ ਸਨ ਕਿ ਇਹ ਲੋਕ ਹਥਿਆਰ ਬਣਾਉਣ। ਦੂਸਰਾ ਸੀ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਗੱਲ ਦੀ ਲੋੜ ਪੈਂਦੀ ਸੀ, ਕੋਈ ਚੀਜ਼ ਚਾਹੀਦੀ ਹੁੰਦੀ ਸੀ, ਕੁਲਹਾੜੀ ਇਹ ਉਹ, ਤਾਂ ਉਹਦੇ 'ਚ ਲਿਖਿਆ ਹੈ ਕਿ ਉਹਨਾਂ ਨੂੰ ਜਾਣਾ ਪੈਂਦਾ ਸੀ ਆਪਣੇ ਦੁਸ਼ਮਣਾਂ ਦੇ ਕੋਲ। ਤੁਸੀਂ ਇਮੈਜਨ ਕਰੋ ਕਿ ਕਿੰਨਾ ਕੁ ਜਿਹੜਾ ਨਾ ਉਹ ਇੱਕ ਵਨਰੇਬਲ ਸਿਚੁਏਸ਼ਨ ਹੈ ਕਿ ਜਦੋਂ ਯਾਨੀ ਕਿ ਜਦੋਂ ਵੀ ਇਹਨਾਂ ਨੂੰ ਕਿਸੇ ਗੱਲ ਦੀ ਲੋੜ ਪੈਂਦੀ ਸੀ ਅਤੇ ਇਹ ਉਹਨਾਂ ਦੇ ਕੋਲ ਜਾਂਦੇ ਸਨ। ਈਵਨ ਕਿ ਤਲਵਾਰਾਂ ਤੇਜ਼ ਕਰਾਉਣ ਲਈ ਕੁਦਾਲਾਂ ਅਤੇ ਕੁਹਾੜੀ, ਹੁਣ ਦੇਖੋ ਕਿ ਕੁਲਹਾੜੀਆਂ ਜਿਹੜੀਆਂ ਨੇ ਨਾ ਉਹ ਲੱਕੜੀ ਫਰਾਹਮ ਕਰਦੇ, ਜੇ ਅਸੀਂ ਕੁਲਹਾੜੀ ਹੁੰਦੀ ਉਹਦੇ ਨਾਲ ਜਾ ਕੇ ਲੱਕੜਾਂ ਵੱਢੀ ਦੀਆਂ ਅਤੇ ਉਹ ਗਰਮ ਵੀ ਕਰਦੇ, ਘਰ ਨੂੰ ਗਰਮ ਕਰਨ ਲਈ, ਈਂਧਨ ਲਈ, ਔਰ ਜਿਹੜੀ ਲੱਕੜੀ ਹੈ ਉਹ ਯੂਜ਼ ਹੁੰਦੀ ਸੀ ਉਹਦੇ ਲਈ, ਐਨਰਜੀ ਦੇ ਲਈ। ਉਸ ਤੋਂ ਬਾਅਦ ਕੁਦਾਲ ਜਿਹੜੀ ਜ਼ਮੀਨ ਖੋਦਣ ਲਈ, ਠੀਕ ਹੈ ਨਾ, ਉਹਦੇ ਨਾਲ ਖੇਤੀਬਾੜੀ ਵੀ ਕਰੀ ਦੀ ਹੈ ਚੀਜ਼ਾਂ ਅਤੇ ਆਪਣੇ ਲਈ ਯਾਨੀ ਕਿ ਤਲਵਾਰਾਂ ਵਗੈਰਾ ਤਾਂ ਉਹਨਾਂ ਕੋਲ ਹੈ ਹੀ ਨਹੀਂ ਸਨ, ਉਹ ਬਣਾਉਣ ਹੀ ਨਹੀਂ ਦਿੰਦੇ ਸਨ। ਅਤੇ ਤੁਸੀਂ ਦੇਖੋ ਕਿ ਤੁਹਾਡਾ ਸਾਰਾ ਡਿਫੈਂਸ ਮੈਕੈਨਿਜ਼ਮ ਜਿਹੜਾ ਹੈ, ਤੁਹਾਡਾ ਸਿਸਟਮ ਜਿਹੜਾ ਉਹ ਦੁਸ਼ਮਣ ਦੇ ਹੱਥ 'ਚ ਹੈਗਾ ਸੀ ਉਸ ਜ਼ਮਾਨੇ ਦੇ 'ਚ। ਅਤੇ ਉਹ ਕੀ ਤਲਵਾਰ ਹੋਣੀ ਉਹਨਾਂ ਕੋਲ ਅਤੇ ਕੀ ਲੜਾਈ ਕਰਨੀ, ਠੀਕ ਹੈ ਨਾ। ਅਤੇ ਇਸ ਚੱਕਰ ਦੇ ਵਿੱਚ ਕੀ ਹੈਗਾ ਕਿ ਸਾਨੂੰ ਇਹੀ ਇਬਲੀਸ ਚਾਹੁੰਦਾ, ਕਿਉਂਕਿ ਬਾਈਬਲ 'ਚ ਲਿਖਿਆ ਨਾ ਕਿ ਕੁਛ ਬੀਜ ਜਦੋਂ ਬੀਜ ਬੋਣ ਵਾਲੇ ਨੇ ਪਾਇਆ ਅਤੇ ਉਹ ਰਾਹ ਦੇ ਕਿਨਾਰੇ ਡਿੱਗ ਪਿਆ, ਪਥਰੀਲੀ ਜ਼ਮੀਨ 'ਤੇ ਵੀ ਡਿੱਗਾ, ਅਤੇ ਲਿਖਿਆ ਕਿ ਪਰਿੰਦੇ ਆ ਕੇ ਚੁੱਕ ਕੇ ਲੈ ਜਾਂਦੇ ਸਨ ਅਤੇ ਉਹ ਬੀਜ ਜੜ ਹੀ ਨਹੀਂ ਫੜ ਸਕਦਾ। ਅਤੇ ਇਹੀ ਕੰਮ ਜਿਹੜਾ ਨਾ ਉਹ
ਸ਼ੈਤਾਨ ਚਾਹੁੰਦਾ ਹੈ ਕਿ ਸਾਡੀ ਡਿਪੈਂਡੈਂਸੀ ਉਹਦੇ ਤੇ ਰਹੇ। ਅਸੀਂ ਖੁਦਾ ਦਾ ਕੰਮ ਵੀ ਅਗਰ ਕਰੀਏ ਤੇ ਅਸੀਂ ਉਹਦੇ ਯਾਨੀ ਕਿ ਉਹਦੇ ਹੱਥ 'ਚ ਰਹਿ ਕੇ ਕਰੀਏ ਔਰ ਉਹਦੀ ਉੱਤੇ ਸਾਡੀ ਰਿਲਾਇੰਸ ਹੋਵੇ। ਲੇਕਿਨ ਇੰਝ ਨਹੀਂ ਹੋਣਾ। ਸਾਨੂੰ ਇਸ ਲਈ ਖੁਦਾ ਨੇ ਆਪਣੀ ਪਵਿੱਤਰ ਆਤਮਾ, ਆਪਣਾ ਪਾਕ ਰੂਹ ਦਿੱਤਾ ਹੈ ਤਾਂ ਕਿ ਉਹ ਸਾਨੂੰ ਜਿਹੜਾ ਨਾ ਜੰਗ ਕਰਨਾ ਸਿਖਾਏ। ਰੂਹਾਨੀ ਜੰਗ ਦੇ ਵਿੱਚ ਸਾਨੂੰ ਪਾਕ ਰੂਹ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਮਦਦ, ਕਿਉਂਕਿ ਗੋਸ਼ਤ ਖੂਨ ਦੀ ਤਾਂ ਜੰਗ ਹੈ ਹੀ ਨਹੀਂ। ਅਤੇ ਇਹ ਜੰਗ ਹੈਗੀ ਹੈ ਰੂਹਾਨੀ ਤੌਰ 'ਤੇ ਤਾਰੀਕੀ ਦੀ ਫੌਜਾਂ ਦੇ ਅਗੇਂਸਟ ਖੜੇ ਹੋਣ ਦੀ ਜੰਗ ਹੈ। ਤਾਰੀਕੀ ਦੀ ਜਿਹੜੀ ਹਕੂਮਤਾਂ ਨੇ, ਤਾਰੀਕੀ ਦੀ ਜਿਹੜੀ ਗੰਦੀ ਤਾਸੀਰਾਂ ਨੇ, ਉਹਨਾਂ ਦੇ ਖਿਲਾਫ ਖੜੇ ਹਨ। ਲੇਕਿਨ ਉਹਦੇ ਲਈ ਤੁਹਾਨੂੰ ਜਿਹੜਾ ਨਾ, ਜੇ ਰੂਹਾਨੀ ਜੰਗ ਹੈ ਜਾਂ ਰੂਹਾਨੀ ਚੀਜ਼ਾਂ ਦੇ ਖਿਲਾਫ ਖਲੋਣਾ ਤਾਂ ਤੁਹਾਨੂੰ ਰੂਹਾਨੀ ਹਥਿਆਰ ਚਾਹੀਦੇ। ਅਤੇ ਅਸੀਂ ਲੈ ਸਕਦੇ ਹਾਂ, ਅਸੀਂ ਬਣਾ ਸਕਦੇ ਹਾਂ, ਲੇਕਿਨ ਸਾਨੂੰ ਸਮਝ ਹੋਣੀ ਚਾਹੀਦੀ ਕਿ ਅਸੀਂ ਕਿੰਝ ਬਣਾਈਏ ਅਤੇ ਕਿਉਂ ਬਣਾਈਏ। ਠੀਕ ਹੈ। ਅਤੇ ਇਸ ਲਈ ਅਸੀਂ ਦੇਖਦੇ ਹਾਂ ਕਿ ਉਸ ਟਾਈਮ ਜਦੋਂ ਵੀ ਲਿਖਿਆ ਕਿ ਜਦੋਂ ਜੰਗ ਹੁੰਦੀ ਸੀ ਤਾਂ ਸਿਰਫ ਉਹਨਾਂ ਦੇ 1-2 ਬੰਦੇ ਹੀ ਸਨ ਜਿਹੜੇ ਉਹਨਾਂ ਦਾ ਬਾਦਸ਼ਾਹ ਸੀ ਅਤੇ ਉਹਨਾਂ ਦੇ ਕੋਲ ਸੀ। ਦੂਸਰੀ ਗੱਲ ਹੈ ਕਿ ਇੱਥੇ ਸਾਨੂੰ ਇੱਕ ਹੋਰ ਵੀ ਨਜ਼ਰ ਆਉਂਦੀ ਹੈ ਕਿ ਸਾਊਲ ਅਤੇ ਯੂਨਤਨ ਜਿਹੜੇ ਸੀ ਉਹਨਾਂ ਕੋਲ ਤਾਂ ਹਥਿਆਰ ਸਨ, ਲੇਕਿਨ ਆਵਾਮ ਨੂੰ ਇਕਵਿਪ ਨਹੀਂ ਸੀ ਕੀਤਾ। ਇਸ ਤਰ੍ਹਾਂ ਸਾਡੇ ਲੀਡਰਸ ਵੀ ਹੈ ਨੇ ਜਿਹੜੇ ਐਸੇ ਨੇ ਜਿਹੜੇ ਕੀ ਕਰਦੇ ਨੇ ਕਿ ਉਹ ਆਪਣੇ ਲਈ ਤਾਂ ਚੀਜ਼ਾਂ ਕਰ ਲੈਂਦੇ ਨੇ, ਲੇਕਿਨ ਕੀ ਹੈ ਕਿ ਆਵਾਮ ਜਿਹੜੀ ਹੈ, ਕਲੀਸਿਆ ਹੈ, ਉਹਨੂੰ ਇਕਵਿਪ ਨਹੀਂ ਕਰ ਰਹੇ, ਉਹਨਾਂ ਨੂੰ ਕਲਾਮ ਦੀ ਤਲਵਾਰ ਨਹੀਂ ਦੇ ਰਹੇ। ਔਰ ਮਕਸਦ ਇਹ ਹੋਣਾ ਚਾਹੀਦਾ ਕਲੀਸਿਆ ਦੇ ਖਾਦਮਾਂ ਦਾ ਔਰ ਲੀਡਰਾਂ ਦਾ ਕਿ ਲੋਕਾਂ ਨੂੰ ਇੰਨਾ ਕੁ ਤੇਜ਼ ਕਰ ਦੇਣ ਕਲਾਮ ਦੇ ਵਿੱਚ ਕਿ ਲੋਕੀ ਜਿਹੜੇ ਨੇ ਉਹ ਫਿਰ ਖੁਦਾ ਤੋਂ ਦੂਰ ਨਾ ਹੋਣ, ਖੁਦਾ ਦੇ ਸਾਹਮਣੇ ਖਲੋਤੇ ਰਹਿਣ ਔਰ ਖੁਦਾ ਦੇ ਰੂਹ ਦੇ ਵਿੱਚ ਖਲੋਤੇ ਰਹਿਣ ਅਤੇ ਦੁਸ਼ਮਣ ਦੇ ਸਾਹਮਣੇ ਖਲੋਤੇ ਰਹਿਣ ਔਰ ਖੁਦਾ ਦੇ ਨਾਂ ਨੂੰ ਜਲਾਲ ਦੇਣ ਲਈ ਖਲੇ। ਔਰ ਤੁਸੀਂ ਦੇਖੋ ਕਿ ਐਵੇਂ ਨਹੀਂ ਸਾਡੇ ਬੱਚੇ, ਨੌਜਵਾਨ, ਬੇਟੇ ਬੇਟੀਆਂ ਗੈਰ ਕੌਮਾਂ ਦੇ ਹੱਥਾਂ ਦੇ ਵਿੱਚੋਂ ਜਿਹੜਾ ਨਾ ਇਸ ਟਾਈਮ ਜਾ ਰਹੇ ਨੇ ਔਰ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਿ ਤੁਸੀਂ ਸਵਾਲ ਕਰੋ ਲੋਕੀ ਤਾਂ ਉਹਨਾਂ ਨੂੰ ਜਵਾਬ ਨਹੀਂ ਦੇ ਪਾਉਂਦੇ। ਅਤੇ ਇਹ ਸਾਡੀ ਜਿਹੜੇ ਨਾ ਉਹ ਇੰਝ ਹੀ ਹੈ ਕਿ ਬਿਲਕੁਲ ਹੀ ਸਾਨੂੰ ਜਿਹੜਾ ਨਾ ਉਹ ਜਿਵੇਂ ਕਹਿੰਦੇ ਨੇ ਕਿ ਜਾਨਵਰ ਹੁੰਦਾ ਤਾਂ ਉਹਦੇ ਦੰਦ ਕੱਢ ਦਿਓ ਅਤੇ ਉਹ ਫਿਰ ਕਿੰਝ ਸ਼ਿਕਾਰ ਕਰੇ ਅਤੇ ਖਾਵੇ ਕਿੰਝ। ਅਤੇ ਇਸ ਤਰੀਕੇ ਨਾਲ ਲੈ ਗਿਆ ਕਿ ਸਾਨੂੰ ਬਿਲਕੁਲ ਹੀ ਟੂਥਲੈਸ ਕਰ ਦਿੱਤਾ, ਸਾਨੂੰ ਬਿਲਕੁਲ ਹੀ ਜਿਹੜਾ ਨਾ ਬਿਲਕੁਲ ਹੀ ਕਹਿ ਲਓ ਕਿ ਡਿਫੈਂਸਲੈਸ ਕਰ ਦਿੱਤਾ ਹੈ ਸ਼ੈਤਾਨ ਨੇ। ਅਤੇ ਸਾਨੂੰ ਕੀ ਕਰਨਾ ਹੈ ਕਿ ਵਾਪਸ ਆਪਣੇ ਆਪ ਨੂੰ ਖੁਦਾ ਦੇ ਹਵਾਲੇ ਕਰਨਾ ਹੈ, ਪਾਕ ਰੂਹ ਦੇ ਹਵਾਲੇ ਕਰਨਾ ਹੈ ਅਤੇ ਇਸ ਸਿਚੁਏਸ਼ਨ 'ਚੋਂ ਨਿਕਲਣਾ ਕਿ ਜਿੱਥੇ ਸਾਡੀ ਜ਼ਰੂਰਤ ਦੀ, ਸਾਡੀ ਹਿਫਾਜ਼ਤ ਦੀ, ਸਾਡੀ ਤਰੱਕੀ ਦੀ ਰਾਹਾਂ ਜਿਹੜੀਆਂ ਨੇ ਉਹਦੇ 'ਤੇ ਸਾਡਾ ਦੁਸ਼ਮਣ ਯਾਨੀ ਇਬਲੀਸ ਬੈਠਾ ਹੈ ਅਤੇ ਉਹ ਕੰਟਰੋਲ ਕਰ ਰਿਹਾ ਚੀਜ਼ਾਂ ਨੂੰ ਅਤੇ ਉਹ ਮੇਕ ਸ਼ੋਰ ਕਰਦਾ ਹੈ ਕਿ ਇਹਨਾਂ ਕੋਈ ਹਥਿਆਰ ਨਾ ਹੋਣ, ਇਹਨਾਂ ਕੋਈ ਤਲਵਾਰਾਂ ਨਾ ਹੋਣ, ਇਹਨਾਂ ਕੋਈ ਇਹ ਚੀਜ਼ ਨਾ ਹੋਏ ਜਿਹਦੇ ਨਾਲ ਇਹ ਖਲੋ ਜਾਣ ਅਤੇ ਕੱਲ੍ਹ ਨੂੰ ਇਬਲੀਸ ਦੇ ਖਿਲਾਫ ਹੀ ਜਿਹੜੇ। ਲੇਕਿਨ ਬਾਈਬਲ 'ਚ ਲਿਖਿਆ ਕਿ ਉਹ ਮੇਰੇ ਹੱਥਾਂ ਨੂੰ ਲੜਨਾ ਸਿਖਾਉਂਦਾ, ਮੇਰੀ ਉਂਗਲੀਆਂ ਨੂੰ ਜੰਗ ਕਰਨਾ ਸਿਖਾਉਂਦਾ। ਜ਼ਬੂਰ ਦੀ ਕਿਤਾਬ 'ਚ ਲਿਖਿਆ ਕਿ ਸਾਨੂੰ ਜਿਹੜਾ ਨਾ ਉਹ ਕੀ ਕਰਨਾ ਹੈ ਕਿ ਪਾਕ ਰੂਹ ਰਿਸੀਵ ਕਰਕੇ ਕੁਵਤ ਦਾ ਲਿਬਾਸ ਲੈਣਾ ਹੈ। ਸਾਨੂੰ ਕੁਵਤ ਲੈਣੀ ਹੈ ਅਤੇ ਇਖਤਿਆਰ ਲੈਣਾ। ਸਾਰਾ ਇਖਤਿਆਰ ਯਿਸੂ ਮਸੀਹ ਕੋਲ ਹੈ ਅਤੇ ਕੁਵਤ ਸਾਨੂੰ ਪਾਕ ਰੂਹ ਦੇ ਬਪਤਿਸਮੇ ਦੇ ਬਾਅਦ ਪਾਕ ਰੂਹ ਦੀ ਸਾਡੀ ਹਜ਼ੂਰੀ 'ਚ ਸਾਡੀ ਜ਼ਿੰਦਗੀ ਜਦੋਂ ਐਂਟਰੀ ਹੁੰਦੀ ਅਤੇ ਉਹਦੇ ਨਾਲ ਸਾਨੂੰ ਕੁਵਤ ਮਿਲਦੀ ਹੈ, ਬਲੈਸਿੰਗ ਮਿਲਦੀ ਹੈ। ਅਤੇ ਸਾਨੂੰ ਕੀ ਕਰਨਾ ਕਿ ਇਹ ਚੀਜ਼ਾਂ ਕਰਨੀਆਂ ਨੇ। ਅਤੇ ਤੁਹਾਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਇਸ ਸਿਚੁਏਸ਼ਨ 'ਚੋਂ ਨਿਕਲੋ। ਬਿਲਕੁਲ ਹੀ ਹੱਥਲ ਨਹੀਂ ਹੋਣਾ ਅਸੀਂ ਕਿ ਸਾਨੂੰ ਯਾਨੀ ਕਿਸੇ ਚੀਜ਼ ਦਾ ਉਹ ਇਹ ਕਹਿ ਲਓ ਕਿ ਸਾਡੀ ਡਿਪੈਂਡੈਂਸੀ ਐਸੀ ਕਿ ਅਸੀਂ ਆਪਣੇ ਦੁਸ਼ਮਣ ਦੇ ਜਿਹੜਾ ਨਾ ਉਹ ਅੱਗੇ ਝੁਕੇ ਹਾਂ ਅਤੇ ਦੁਸ਼ਮਣ ਚਾਹਵੇ ਅਤੇ ਅਸੀਂ ਵਧੀਏ ਅਤੇ ਜੇ ਨਾ ਚਾਹਵੇ ਤਾਂ ਅਸੀਂ ਨਹੀਂ ਵੱਧ ਸਕਦੇ। ਲੇਕਿਨ ਤੁਹਾਨੂੰ ਪਤਾ ਜਦੋਂ ਬਾਪ ਇਬਰਾਹਾਮ ਨੂੰ ਬਰਕਤ ਮਿਲੀ ਸੀ ਅਤੇ ਖੁਦਾ ਨੇ ਜਿਹੜਾ ਨਾ ਉਹ ਬਾਪ ਇਬਰਾਹਾਮ ਨੂੰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਜਿਹੜਾ ਇਸਹਾਕ ਨੂੰ ਅਤੇ ਇਸਰਾਈਲ ਨੂੰ ਬਰਕਤ ਦਿੱਤੀ ਸੀ। ਪੈਦਾਇਸ਼ ਦੀ ਕਿਤਾਬ ਉਤਪਤੀ ਜੈਨੇਸਿਸ ਦੇ ਵਿੱਚ ਲਿਖਿਆ, ਉਹਦਾ 22ਵਾਂ ਚੈਪਟਰ ਹੈ ਅਤੇ ਉਹਦੀ 15ਵੀਂ ਆਇਤ ਲਿਖਿਆ ਕਿ ਖੁਦਾਵੰਦ ਦੇ ਫਰਿਸ਼ਤੇ ਨੇ ਅਸਮਾਨ ਤੋਂ ਦੁਬਾਰਾ ਇਬਰਾਹਾਮ ਨੂੰ ਪੁਕਾਰਿਆ ਔਰ ਕਿਹਾ ਕਿ ਖੁਦਾਵੰਦ ਫਰਮਾਉਂਦਾ ਹੈ ਕਿ ਚੂੰਕਿ ਤੂੰ ਇਹ ਕੰਮ ਕੀਤਾ ਕਿ ਆਪਣੇ ਬੇਟੇ ਨੂੰ ਵੀ ਜੋ ਤੇਰਾ ਇਕਲੌਤਾ ਹੈਗਾ ਦਰੇਗ ਨਹੀਂ ਕੀਤਾ, ਇਸ ਲਈ ਕਿ ਮੈਂ ਆਪਣੀ ਜ਼ਾਤ ਦੀ ਕਸਮ ਖਾਨਾ ਹੁਣ ਕਿ ਤੈਨੂੰ ਬਰਕਤ ਤੇ ਬਰਕਤ ਦਿਆਂਗਾ। ਤੇਰੀ ਨਸਲ ਨੂੰ ਵਧਾ ਵਧਾ ਕੇ ਅਸਮਾਨ ਦੇ ਤਾਰਿਆਂ ਅਤੇ ਸਮੁੰਦਰ ਦੀ ਰੇਤ ਦੇ ਕਿਨਾਰੇ ਜਿਹੜੀ ਰੇਤ ਉਹਦੇ ਅੰਗਰ ਕਰ ਦਾਂਗਾ ਅਤੇ ਤੇਰੀ ਔਲਾਦ ਆਪਣੇ ਦੁਸ਼ਮਣ ਦੇ ਫਾਟਕਾਂ ਦੀ ਮਾਲਕ ਹੋਏਗੀ। ਇਹ ਦੇਖੋ ਕਿ ਖੁਦਾ ਨੇ ਬਰਕਤ ਇਬਰਾਹਿਮ ਨੂੰ ਇਹ ਦਿੱਤੀ ਸੀ, ਲੇਕਿਨ ਹਾਲਾਤ ਕੀ ਹੋ ਗਏ ਸਨ ਬੁੱਤ ਪ੍ਰਸਤੀ 'ਚ ਪੈ ਕੇ ਕਿ ਦੁਸ਼ਮਣ ਉਹਨਾਂ ਦੇ ਹਥਿਆਰ ਬਣਾਉਂਦੇ ਹਨ, ਉਹ ਕੰਟਰੋਲ ਕਰਦੇ ਹਨ ਕਿ ਉਹਨਾਂ ਕੋਲ ਹੋਏ ਅਸਲਾ ਕਿ ਨਾ। ਲੇਕਿਨ ਸਾਨੂੰ ਕੀ ਕਰਨਾ ਕਿ ਸਾਨੂੰ ਖੁਦਾ ਦੇ ਔਰ ਅੱਜ ਤੁਸੀਂ ਦੇਖੋ ਕਿ ਅਸੀਂ ਗੈਰ ਕੌਮਾਂ ਜਿਹੜੇ ਲੋਕ ਸਾਡੇ ਕ੍ਰਿਸਚਨ ਰਹਿ ਰਹੇ ਨੇ ਉਹ ਕਿੰਨੇ ਵਨਰੇਬਲ ਹੈਗੇ ਨੇ ਅਤੇ ਸਾਨੂੰ ਜਿਹੜਾ ਨਾ ਰੂਹ ਦੇ ਹਥਿਆਰਾਂ 'ਚ ਅੱਗੇ ਵਧਣ ਦੀ ਜ਼ਰੂਰਤ ਹੈ। ਸਾਨੂੰ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈ। ਖੁਦਾਵੰਦ ਤੁਹਾਡੇ ਨਾਲ ਹੋਏ, ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇਵੇ ਅਤੇ ਖੁਦਾ 'ਤੇ ਭਰੋਸਾ ਕਰੀਏ, ਪਾਕ ਰੂਹ ਨੂੰ ਅਸੀਂ ਅਲਾਓ ਕਰੀਏ, ਪਾਕ ਰੂਹ ਨੂੰ ਦਾਵਤ ਦਈਏ ਆਪਣੀ ਜ਼ਿੰਦਗੀ 'ਚ ਅਤੇ ਪਾਕ ਰੂਹ ਨੂੰ ਮੰਗੀਏ ਅਤੇ ਖੁਦਾ ਤੁਹਾਨੂੰ ਬਰਕਤ ਦੇਵੇਗਾ ਅਤੇ ਖੁਦਾ ਤੁਹਾਨੂੰ ਅੱਗੇ ਵਧਾਵੇਗਾ। ਗੋਡ ਬਲੈਸ ਯੂ। ਖੁਦਾਵੰਦ ਤੁਹਾਡੇ ਨਾਲ ਹੋਏ। ਆਪਣਾ ਬਹੁਤ ਖਿਆਲ ਰੱਖਣਾ। ਖੁਦਾਵੰਦ ਤੁਹਾਡੇ ਨਾਲ ਹੋਏ। ਆਮੀਨ।